ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸੇਵਾ ਵਿੱਚ ਰਹਿ ਕੇ ਜਦ ਲਹਿਣਾ ਜੀ ਨੇ ਕੁਝ ਦਿਨ ਬਤੀਤ ਕੀਤੇ ਤਾਂ ਉਹ ਸੰਗ ਜਿਹੜਾ ਜਵਾਲਾ ਜੀ ਦੇ ਦਰਸ਼ਨ ਕਰਨ ਗਿਆ ਸੀ ਵਾਪਸ ਆ ਗਿਆ। ਉਹਨਾਂ ਨੇ ਸ਼੍ਰੀ ਲਹਿਣਾ ਜੀ ਨੂੰ ਆਖਿਆ, ਸਾਨੂੰ ਆਪਣੇ ਗੁਰੂ ਦੇ ਦਰਸ਼ਨ ਕਰਾਓ। ਤਦ ਸ਼੍ਰੀ ਲਹਿਣਾ ਜੀ ਨੇ ਉਹਨਾਂ ਨੂੰ ਗੁਰੂ ਜੀ ਦੇ ਦਰਸ਼ਨ ਕਰਾਏ ਤੇ ਉਹ ਆਪਣੀ ਮਨੋਕਾਮਨਾ ਪੂਰਨ ਕਰਕੇ ਬੜੇ ਨਿਹਾਲ ਹੋਏ। ਇੱਕ ਰਾਤ ਵਿਸ਼ਰਾਮ ਕਰਕੇ ਚਲੇ ਗਏ ਤੇ ਸ਼੍ਰੀ ਲਹਿਣਾ ਜੀ ਬੜੇ ਪ੍ਰੇਮ ਨਾਲ ਗੁਰੂ ਜੀ ਦੀ ਸੇਵਾ ਵਿੱਚ ਲੱਗ ਗਏ। ਭਾਂਡੇ ਮਾਂਜਣੇ, ਪੱਖਾ ਫੇਰਨਾ, ਝਾੜੂ ਦੇਣਾ, ਕੱਪੜੇ ਧੋਣੇ ਆਦਿ ਕੰਮਾਂ ਵਿੱਚ ਹੀ ਰਾਤ ਦਿਨ ਤਨ ਮਨ ਕਰਕੇ ਲੱਗੇ ਰਹਿੰਦੇ। ਜਦ ਕੰਮ ਤੋਂ ਵਿਹਲੇ ਹੁੰਦੇ ਤਾਂ ਗੁਰੂ ਜੀ ਦੇ ਸਨਮੁਖ ਖੜੇ ਹੋ ਕੇ ਆਪ ਜੀ ਦੇ ਮੁਖ ਵੱਲ ਵੇਖਦੇ ਰਹਿੰਦੇ ਸਨ ਕਿ ਜਦ ਵੀ ਕੋਈ ਹੁਕਮ ਹੋਵੇ ਤਦ ਝੱਟ ਹੀ ਕੀਤਾ ਜਾਵੇ। ਇੱਕ ਦਿਨ ਗੁਰੂ ਜੀ ਬਿਰਾਜੇ ਹੋਏ ਸਨ ਤਾਂ ਲਹਿਣਾ ਜੀ ਨੇ ਇਹ ਕੌਤਕ ਵੇਖਿਆ ਕਿ ਇੱਕ ਗਹਿਣੇ ਕੱਪੜੇ ਨਾਲ ਸਜੀ ਹੋਈ ਸੁੰਦਰ ਇਸਤਰੀ ਗੁਰੂ ਜੀ ਦੇ ਚਰਨਾਂ ਦੀ ਸੇਵਾ ਕਰ ਰਹੀ ਹੈ। ਜਦ ਉਹ ਸੇਵਾ ਕਰਕੇ ਚਲੀ ਗਈ ਤਾਂ ਲਹਿਣਾ ਜੀ ਨੇ ਹੱਥ ਜੋੜ ਕੇ ਪੁੱਛਿਆ, ਮਹਾਰਾਜ ਇਹ ਇਸਤਰੀ ਕੌਣ ਸੀ? ਗੁਰੂ ਜੀ ਨੇ ਕਿਹਾ, ਇਹ ਮਾਇਆ ਸੀ ਜਿਸ ਨੇ ਸਭ ਸੰਸਾਰ ਨੂੰ ਭਰਮਾਇਆ ਹੋਇਆ ਹੈ। ਇਹ ਹੋਰ ਕਿਸੇ ਨੂੰ ਦਿਖਾਈ ਨਹੀਂ ਦਿੰਦੀ। ਤੇਰੇ ਉੱਤੇ ਕਰਤਾਰ ਦੀ ਬੜੀ ਕਿਰਪਾ ਹੈ ਜੋ ਤੂੰ ਉਸ ਦਾ ਸਰੂਪ ਵੇਖ ਕੇ ਉਸ ਉੱਤੇ ਭਰਮਿਆ ਨਹੀਂ। ਸਾਡੇ ਸਾਹਮਣੇ ਉਸ ਦਾ ਵੱਲ ਛਲ ਚੱਲ ਨਹੀਂ ਸਕਦਾ ਤੇ ਸਾਡੇ ਤੋਂ 12 ਕੋ ਦੂਰ ਰਹਿੰਦੀ ਹੈ। ਇਸ ਕਰਕੇ ਸਾਡੇ ਪਾਸ ਰਹਿਣ ਵਾਸਤੇ ਉਹ ਸਾਡੀ ਸੇਵਾ ਕਰਦੀ ਹੈ। ਅਸੀਂ ਜਦ ਦੂਸਰਾ ਸਰੂਪ ਧਾਰਨ ਕਰਾਂਗੇ ਤਾਂ ਉਸ ਤੋਂ ਇਹ 6 ਕੋ ਦੂਰ ਰਹੇਗੀ। ਸਾਡੇ ਤੀਸਰੇ ਸਰੂਪ ਸਮੇਂ ਇਹ ਦਰਵਾਜ਼ੇ ਅੱਗੇ ਆਪ ਆ ਜਾਵੇਗੀ ਅਤੇ ਚੌਥਾ ਸਰੂਪ ਜਦ ਧਾਰਨ ਕਰਾਂਗੇ ਤਾਂ ਇਹ 4 ਦਰਵਾਜ਼ਿਆਂ ਤੋਂ ਅੰਦਰ ਆ ਵੜੇਗੀ। ਇਸ ਤਰ੍ਹਾਂ ਕੁਝ ਦਿਨ ਬੀਤ ਗਏ। ਇੱਕ ਦਿਨ ਗੁਰੂ ਜੀ ਧਰਮਸ਼ਾਲਾ ਵਿੱਚ ਪਲੰਘ ਉੱਤੇ ਬਿਰਾਜ ਰਹੇ ਸਨ ਅਤੇ ਲਹਿਣਾ ਜੀ ਪੱਖਾ ਝੱਲ ਰਹੇ ਸਨ। ਜਦ ਲਹਿਣਾ ਜੀ ਨੇ ਵੇਖਿਆ ਕਿ ਆਪ ਜੀ ਦੇ ਦੋਵੇਂ ਪੈਰ ਹਿੱਲ ਰਹੇ ਹਨ ਤਦ ਆਪ ਜੀ ਨੇ ਗੁਰੂ ਜੀ ਨੂੰ ਪੁੱਛਿਆ, ਮਹਾਰਾਜ ਤੁਹਾਡੇ ਪਾਸ ਕੋਈ ਆਦਮੀ ਤਾਂ ਨਜ਼ਰ ਨਹੀਂ ਆਉਂਦਾ ਪਰ ਤੁਹਾਡੇ ਪੈਰ ਕਿਉਂ ਹਿੱਲ ਰਹੇ ਹਨ? ਗੁਰੂ ਜੀ ਨੇ ਕਿਹਾ, ਦੇਵਤੇ ਗੁਪਤ ਰੂਪ ਵਿੱਚ ਬੰਦਨਾ ਕਰਨ ਆਉਂਦੇ ਹਨ ਅਤੇ ਉਹ ਚਰਨਾਂ ਨੂੰ ਛੂਹ ਕੇ ਵਾਪਸ ਮੁੜ ਜਾਂਦੇ ਹਨ। ਇਹ ਗੱਲ ਸੁਣ ਕੇ ਲਹਿਣੇ ਜੀ ਦੇ ਮਨ ਵਿੱਚ ਬਹੁਤ ਪ੍ਰੇਮ ਜਾਗਿਆ ਤੇ ਉਸਨੇ ਆਪ ਦੇ ਚਰਨ ਕਮਲਾਂ ਤੇ ਮੱਥਾ ਟੇਕਿਆ। ਇਸ ਤਰ੍ਹਾਂ ਪ੍ਰੇਮ ਨਾਲ ਸੇਵਾ ਕਰਦਿਆਂ ਜਦ ਕੁਝ ਦਿਨ ਬੀਤ ਗਏ ਤਾਂ ਇੱਕ ਦਿਨ ਆਪ ਜੀ ਦੇ ਚਰਨਾਂ ਦੀ ਸੇਵਾ ਕਰਨ ਸਮੇਂ ਸ਼੍ਰੀ ਲਹਿਣਾ ਜੀ ਨੇ ਵੇਖਿਆ ਕਿ ਆਪ ਜੀ ਦੇ ਪੈਰਾਂ ਵਿੱਚ ਕੰਡੇ ਵੱਜੇ ਹੋਏ ਹਨ ਅਤੇ ਝਰੀਟਾਂ ਆਈਆਂ ਹਨ। ਤਦ ਲਹਿਣਾ ਜੀ ਨੇ ਪੁੱਛਿਆ, ਮਹਾਰਾਜ ਇਹ ਕੰਡੇ ਕਿਸ ਤਰ੍ਹਾਂ ਲੱਗੇ ਹਨ? ਤਦ ਗੁਰੂ ਜੀ ਨੇ ਦੱਸਿਆ ਕਿ ਇੱਕ ਅਯਾਲੀ ਬੱਕਰੀਆਂ ਚਾਰ ਰਿਹਾ ਹੈ ਅਤੇ ਇੱਕ ਮਨ ਹੋ ਕੇ ਪ੍ਰੇਮ ਨਾਲ ਕੀਰਤਨ ਸੋਹਲੇ ਦਾ ਪਾਠ ਕੰਡਿਆਲੇ ਝਾੜਾਂ ਵਿੱਚ ਕਰਦਾ ਫਿਰਦਾ ਹੈ। ਅਸੀਂ ਉਸ ਦੇ ਨਾਲ ਪਾਠ ਸੁਣਦੇ ਫਿਰਦੇ ਹਾਂ, ਉਤੋਂ ਇਹ ਝਰੀਟਾਂ ਲੱਗੀਆਂ ਹਨ। ਇਹ ਗੱਲ ਦੱਸ ਕੇ ਗੁਰੂ ਜੀ ਨੇ ਇੱਕ ਸਿੱਖ ਨੂੰ ਭੇਜ ਕੇ ਉਸ ਅਯਾਲੀ ਨੂੰ ਜੰਗਲ ਵਿੱਚੋਂ ਸੱਦ ਕੇ ਆਖਿਆ, ਕੀਰਤਨ ਸੁਹੇਲਾ ਜਿਹੜਾ ਯਾਦ ਹੋਵੇ ਉਹ ਰਾਤ ਨੂੰ ਸੌਣ ਲੱਗਿਆ ਪੜ੍ਹਿਆ ਕਰ। ਤਦ ਅਯਾਲੀ ਨੇ ਹੱਥ ਜੋੜ ਕੇ ਮਾਫੀ ਮੰਗੀ ਅਤੇ ਕਿਹਾ ਕਿ ਅੱਗੇ ਤੋਂ ਜਿਵੇਂ ਤੁਸੀਂ ਹੁਕਮ ਕੀਤਾ ਹੈ ਤਿਵੇਂ ਹੀ ਕਰਾਂਗਾ। ਗੁਰੂ ਜੀ ਨੇ ਕਿਹਾ, ਜਿਹੜਾ ਸਿੱਖ ਰਾਤ ਨੂੰ ਸੌਣ ਲੱਗਿਆਂ ਪ੍ਰੇਮ ਨਾਲ ਕੀਰਤਨ ਸੋਹਲੇ ਦਾ ਪਾਠ ਕਰਕੇ ਸੋਵੇਗਾ ਉਸ ਦਾ ਗੁਰੂ ਰਖਵਾਲਾ ਹੋਵੇਗਾ ਤੇ ਰਾਤ ਦੇ ਸਭ ਵਿਘਨਾਂ ਤੋਂ ਰੱਖਿਆ ਕਰੇਗਾ। ਸਭ ਸੰਗਤ ਨੇ ਆਪ ਜੀ ਦੇ ਬਚਨ ਸੁਣ ਕੇ ਕੀਰਤਨ ਸੋਹਲੇ ਦਾ ਪਾਠ ਰਾਤ ਨੂੰ ਸੌਣ ਲੱਗਿਆਂ ਕਰਨਾ ਹੀ ਨਿਸ਼ਚੈ ਕਰ ਲਿਆ। 3 ਸਾਲ ਜਦ ਲਹਿਣਾ ਜੀ ਨੂੰ ਗੁਰੂ ਜੀ ਪਾਸ ਬੀਤ ਗਏ ਤਾਂ ਗੁਰੂ ਜੀ ਨੇ ਇੱਕ ਦਿਨ ਆਖਿਆ ਕਿ ਘਰ ਜਾ ਕੇ ਖਬਰਸਾਰ ਲੈ ਆਓ। ਤਦ ਆਗਿਆ ਮੰਨ ਕੇ ਲਹਿਣਾ ਜੀ ਖਡੂਰ ਆਪਣੇ ਪਰਿਵਾਰ ਪਾਸ ਪਹੁੰਚ ਗਏ। ਆਪ ਜੀ ਦਾ ਆਉਣਾ ਸੁਣ ਕੇ ਬਹੁਤ ਲੋਕ ਆਪ ਜੀ ਨੂੰ ਮਿਲਣ ਆਏ। ਪਿੰਡ ਦੇ ਚੌਧਰੀ ਤਖਤ ਮੱਲ ਨੇ ਆਣ ਕੇ ਜਦ ਨਮਸਕਾਰ ਕੀਤੀ ਤਾਂ ਲਹਿਣਾ ਜੀ ਨੇ ਆਖਿਆ, ਚੌਧਰੀ ਜੀ ਪੈਰਾਂ ਨੂੰ ਹੱਥ ਕਿਉਂ ਲਾਉਂਦੇ ਹੋ? ਅੱਗੇ ਵਾਂਗ ਗਲਵੱਕੜੀ ਪਾ ਕੇ ਗਲ ਮਿਲੋ। ਤੁਸੀਂ ਬਜ਼ੁਰਗ ਪਿੰਡ ਦੇ ਚੌਧਰੀ ਹੋ। ਚੌਧਰੀ ਨੇ ਕਿਹਾ, ਤੁਸੀਂ ਮਹਾਪੁਰਸ਼ ਪਾਸ ਰਹਿ ਕੇ ਉਹਨਾਂ ਸਮਾਨ ਹੀ ਹੋ ਗਏ ਹੋ, ਇਸ ਕਰਕੇ ਤੁਹਾਨੂੰ ਨਮਸਕਾਰ ਕਰਨੀ ਹੀ ਠੀਕ ਹੈ, ਗਲ ਮਿਲਣਾ ਠੀਕ ਨਹੀਂ। ਤਦ ਲਹਿਣਾ ਜੀ ਨੇ ਉਸ ਉੱਤੇ ਬਹੁਤ ਪ੍ਰਸੰਨ ਹੋ ਕੇ ਕਿਹਾ ਕਿ ਤੇਰਾ ਲੋਕ ਪਰਲੋਕ ਸਫਲਾ ਹੋਵੇ, ਤੇਰੇ ਘਰ ਵਿੱਚ ਅੰਨ ਧਨ ਦੀ ਤੋਟ ਨਾ ਆਵੇ। ਤਖਤ ਮੱਲ ਇਹ ਬਚਨ ਸੁਣ ਕੇ ਨਮਸਕਾਰ ਕਰਕੇ ਮਨ ਵਿੱਚ ਭਉ ਭਗਤੀ ਲੈ ਕੇ ਘਰ ਨੂੰ ਚਲਿਆ ਗਿਆ। ਸ਼੍ਰੀ ਲਹਿਣਾ ਜੀ ਕੁਝ ਦਿਨ ਖਡੂਰ ਰਹਿ ਕੇ ਵਾਪਸ ਕਰਤਾਰਪੁਰ ਆ ਗਏ। ਗੁਰੂ ਜੀ ਨੇ ਕਿਹਾ, ਪੁਰਖਾ ਛੇਤੀ ਹੀ ਵਾਪਸ ਆ ਗਿਆ ਹੈ, ਘਰ ਰਹਿਣ ਨੂੰ ਤੇਰਾ ਮਨ ਕਿਉਂ ਨਹੀਂ ਕੀਤਾ? ਲਹਿਣਾ ਜੀ ਨੇ ਕਿਹਾ, ਮਹਾਰਾਜ ਆਪ ਸਭ ਕੁਝ ਜਾਣਦੇ ਹੋ, ਆਉਣਾ ਜਾਣਾ ਮੇਰੇ ਵੱਸ ਨਹੀਂ ਹੈ। ਜਿਵੇਂ ਪਤੰਗ ਡੋਰ ਦੇ ਵੱਸ ਹੁੰਦੀ ਹੈ ਤਿਵੇਂ ਮੇਰਾ ਮਨ ਆਪ ਜੀ ਦੇ ਅਧੀਨ ਹੈ।
ਇਹ ਆ ਕੇ ਸੇਵਾ ਵਿੱਚ ਲੱਗ ਕੇ ਗੁਰੂ ਗੁਰੂ ਜਪਣ ਲੱਗੇ। ਗੁਰੂ ਜੀ ਖੇਤੀ ਦਾ ਕੰਮ ਕਰਾਉਂਦੇ ਸਨ, ਜਿਸ ਤੋਂ ਬਹੁਤ ਅੰਨ ਪੈਦਾ ਹੁੰਦਾ ਸੀ। ਅਟੁੱਟ ਲੰਗਰ ਸੇਵਾ ਤੋਂ ਅੱਧੀ ਰਾਤ ਤੱਕ ਵਰਤਦਾ ਰਹਿੰਦਾ ਸੀ। ਦੂਰ ਦੂਰ ਤੋਂ ਲੋਕ ਤੁਰਦੇ ਆਉਂਦੇ ਸਨ ਅਤੇ ਦਰਸ਼ਨ ਪਰਸ ਕੇ ਉਪਦੇਸ਼ ਲੈ ਕੇ ਆਪਣੀਆਂ ਮਨੋਕਾਮਨਾ ਪੂਰੀਆਂ ਕਰਦੇ ਸਨ। ਲੋਕਾਂ ਤੋਂ ਗੁਰੂ ਜੀ ਭੇਟਾ ਨਹੀਂ ਲੈਂਦੇ ਸਨ। ਆਪ ਜੀ ਦੀ ਮਹਿਮਾ ਸਾਰੇ ਸੰਸਾਰ ਵਿੱਚ ਫੈਲ ਗਈ। ਦਰਸ਼ਨ ਦੇ ਅਭਿਲਾਖੀਆਂ ਵਿੱਚ ਸਭ ਮਤਾਂ ਅਤੇ ਸ਼੍ਰੇਣੀਆਂ ਦੇ ਲੋਕ ਆਉਂਦੇ ਸਨ, ਜੈਸਾ ਕਿ ਜੋਗੀ, ਬੈਰਾਗੀ, ਸੰਨਿਆਸੀ, ਬ੍ਰਹਮਚਾਰੀ, ਦਿਗੰਬਰ, ਤਪੀ, ਅਤੀਤ, ਗਿਆਨੀ, ਧਿਆਨੀ, ਹਿੰਦੂ, ਮੁਸਲਮਾਨ, ਗਰੀਬ ਅਤੇ ਧਨੀ। ਇੱਕ ਸਮੇਂ ਬਹੁਤ ਸੰਗਤ ਹਜ਼ਾਰਾਂ ਦੀ ਗਿਣਤੀ 'ਚ ਆਈ। ਪਿੰਡ ਦੇ 4 ਚੁਫੇਰੇ ਡੇਰੇ ਲੱਗ ਗਏ। ਤਦ ਰਾਤ ਨੂੰ ਮੀਂਹ ਵਰਸਣ ਲੱਗਾ ਤੇ ਦੂਸਰਾ ਸਾਰਾ ਦਿਨ ਵੀ ਵਰਸਦਾ ਰਿਹਾ। ਸਾਰੇ ਜਲ ਥਲ ਹੋ ਗਿਆ। ਇਸ ਕਾਰਨ ਲੰਗਰ ਨਾ ਤਿਆਰ ਹੋ ਸਕਿਆ। ਸਭ ਲੋਕ ਭੁੱਖ ਨਾਲ ਦੁਖੀ ਹੋ ਗਏ। ਗੁਰੂ ਜੀ ਧਰਮਸ਼ਾਲਾ ਵਿੱਚ ਬੈਠੇ ਸਨ ਕਿ ਲੋਕਾਂ ਨੂੰ ਭੁੱਖ ਨਾਲ ਦੁਖੀ ਵੇਖ ਕੇ ਆਪ ਜੀ ਨੇ ਸ੍ਰੀ ਚੰਦ ਜੀ ਨੂੰ ਆਗਿਆ ਕੀਤੀ ਕਿ ਜੋ ਕਿੱਕਰ ਦਾ ਬ੍ਰਿਖ ਖੜਾ ਹੈ ਉਸ ਉੱਤੇ ਚੜ੍ਹ ਕੇ ਚੰਗੀ ਤਰ੍ਹਾਂ ਹਲੂਣਾ ਦਿਓ। ਉਸ ਤੋਂ ਅਨੇਕ ਪ੍ਰਕਾਰ ਦਾ ਜੋ ਭੋਜਨ ਡਿੱਗੇਗਾ ਉਸ ਨੂੰ ਛਕ ਕੇ ਸੰਗਤ ਆਪਣੀ ਭੁੱਖ ਦੂਰ ਕਰੇਗੀ। ਸ੍ਰੀ ਚੰਦ ਜੀ ਨੇ ਕਿਹਾ, ਜੀ ਬ੍ਰਿਛ ਨਾਲ ਭੋਜਨ ਲੱਗੇ ਹੋਏ ਕਦੇ ਵੇਖੇ ਸੁਣੇ ਨਹੀਂ ਹਨ। ਤੁਸੀਂ ਕੀ ਗੱਲ ਕਰਦੇ ਹੋ? ਜੇ ਮੈਂ ਤੁਹਾਡੇ ਆਖੇ ਇਉਂ ਕਰਾਂਗਾ ਤਾਂ ਲੋਕਾਂ ਤੋਂ ਸ਼ਰਮਿੰਦਾ ਹੋਵਾਂਗਾ। ਇਸ ਕਰਕੇ ਮੈਂ ਕਿੱਕਰ ਉੱਤੇ ਨਹੀਂ ਚੜ੍ਹਦਾ। ਫਿਰ ਗੁਰੂ ਜੀ ਨੇ ਲਖਮੀ ਦਾਸ ਨੂੰ ਆਖਿਆ ਕਿ ਛੇਤੀ ਕਿੱਕਰ ਉੱਤੇ ਚੜ੍ਹ ਕੇ ਲੋਕਾਂ ਵਾਸਤੇ ਭੋਜਨ ਡੇਗੋ। ਲਖਮੀ ਦਾਸ ਨੇ ਵੀ ਸ੍ਰੀ ਚੰਦ ਜੀ ਵਰਗਾ ਹੀ ਉੱਤਰ ਦੇ ਕੇ ਨਾ ਕਰ ਦਿੱਤੀ ਕਿ ਇਹ ਅਣਹੋਣੀ ਗੱਲ ਮੈਂ ਨਹੀਂ ਕਰਦਾ। ਫਿਰ ਗੁਰੂ ਜੀ ਨੇ ਸ੍ਰੀ ਲਹਿਣਾ ਜੀ ਵੱਲ ਵੇਖ ਕੇ ਆਖਿਆ ਕਿ ਤੂੰ ਉੱਠ ਕੇ ਇਹ ਕਾਰਜ ਛੇਤੀ ਕਰ, ਸੰਗਤ ਬਹੁਤ ਭੁੱਖੀ ਹੈ। ਗੁਰੂ ਜੀ ਦਾ ਹੁਕਮ ਸੁਣ ਕੇ ਲਹਿਣਾ ਜੀ ਨੇ ਤਤਸ਼ਿਨ ਹੀ ਉੱਠ ਕੇ ਸੰਗਤ ਨੂੰ ਬੁਲਾ ਲਿਆ ਅਤੇ ਜਦ ਕਿੱਕਰ ਉੱਤੇ ਚੜ੍ਹ ਕੇ ਉਸ ਨੂੰ ਬਹੁਤ ਜ਼ੋਰ ਦੀ ਹਿਲਾਇਆ ਤਾਂ ਉਸ ਉੱਤੋਂ ਲੱਡੂ, ਜਲੇਬੀ ਅਤੇ ਪੂਰੀ ਆਦਿਕ ਪਦਾਰਥ ਡਿੱਗੇ, ਜਿਸ ਨੂੰ ਛਕ ਕੇ ਸੰਗਤਾਂ ਤ੍ਰਿਪਤ ਹੋ ਗਈਆਂ। ਲਹਿਣਾ ਜੀ ਸੰਗਤ ਸਹਿਤ ਗੁਰੂ ਜੀ ਪਾਸ ਗਏ ਅਤੇ ਗੁਰੂ ਜੀ ਦੇ ਚਰਨਾਂ ਤੇ ਸਭ ਨੇ ਨਮਸਕਾਰਾਂ ਕੀਤੀਆਂ। ਇਹ ਅਚਰਜ ਕੋਤਕ ਵੇਖ ਕੇ ਆਪ ਜੀ ਪਾਸ ਬਹੁਤ ਭੀੜ ਲੱਗੀ ਰਹਿੰਦੀ। ਜਿੱਧਰ ਗੁਰੂ ਜੀ ਜਾਂਦੇ ਆਪ ਜੀ ਦੇ ਪਿੱਛੇ ਬੇਅੰਤ ਸੰਗਤਾਂ ਲੱਗ ਤੁਰਦੀਆਂ ਤੇ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਉਚਾਰਨ ਕਰਦੀਆਂ ਰਹਿੰਦੀਆਂ। ਸਾਰੀਆਂ ਸੰਗਤਾਂ ਲੰਗਰ ਵਿੱਚੋਂ ਮਨ ਭਾਉਂਦਾ ਭੋਜਨ ਛਕ ਕੇ ਪ੍ਰਸੰਨ ਹੁੰਦੀਆਂ। ਅਨੇਕਾਂ ਹੀ ਲੋਕ ਧਨ ਆਦਿਕ ਲਿਆ ਕੇ ਭੇਟਾ ਕਰਦੇ, ਪਰ ਗੁਰੂ ਜੀ ਕਿਸੇ ਪਾਸੋਂ ਕੁਝ ਨਹੀਂ ਲੈਂਦੇ ਸਨ ਤੇ ਭੇਟਾ ਕੀਤੇ ਹੋਏ ਧਨ ਪਦਾਰਥ ਵਾਪਸ ਕਰ ਦਿੰਦੇ ਸਨ। ਸਵਾ ਪਹਿਰ ਰਾਤ ਰਹਿੰਦੀ। ਗੁਰੂ ਜੀ ਰਾਵੀ ਦੇ ਜਲ ਵਿੱਚ ਜਾ ਕੇ ਦਿਨ ਚੜ੍ਹਨ ਤੱਕ ਖੜੇ ਰਹਿੰਦੇ ਸਨ। ਇਸ ਸਮੇਂ ਲਹਿਣਾ ਜੀ ਆਪ ਜੀ ਦੇ ਨਾਲ ਜਾ ਕੇ ਕਿਨਾਰੇ ਉੱਤੇ ਆਪ ਜੀ ਦੇ ਬਸਤਰ ਫੜ ਕੇ ਬੈਠੇ ਰਹਿੰਦੇ ਸਨ। ਇੱਕ ਦਿਨ ਸਿਆਲੇ ਦੀ ਰੁੱਤ ਸੀ ਤੇ ਮੀਂਹ ਵੀ ਬਹੁਤ ਪਿਆ ਸੀ। ਲਹਿਣਾ ਜੀ ਰਾਵੀ ਦੇ ਕਿਨਾਰੇ ਬੈਠੇ ਸਰਦੀ ਨਾਲ ਬੇਸੁੱਧ ਹੋ ਕੇ ਧਰਤੀ ਤੇ ਡਿੱਗ ਪਏ ਅਤੇ ਗੁਰੂ ਜੀ ਦੇ ਬਸਤਰ ਵੀ ਹੱਥ ਵਿੱਚੋਂ ਡਿੱਗ ਪਏ। ਗੁਰੂ ਜੀ ਨੇ ਜਦ ਇਸ ਨੂੰ ਇਸ ਤਰ੍ਹਾਂ ਵੇਖਿਆ ਤਾਂ ਝਟਪਟ ਪਾਣੀ ਵਿੱਚੋਂ ਬਾਹਰ ਆਣ ਕੇ ਆਪਣਾ ਚਰਨ ਲਹਿਣਾ ਜੀ ਦੇ ਮੱਥੇ ਨੂੰ ਛੁਹਾਇਆ। ਆਪ ਜੀ ਦੀ ਚਰਨ ਛੋਹ ਨਾਲ ਜਦ ਲਹਿਣਾ ਜੀ ਨੂੰ ਸੁਰਤ ਆ ਗਈ ਤਾਂ ਆਪ ਜੀ ਨੇ ਪੁੱਛਿਆ, ਪੁਰਖਾ ਤੇਰੇ ਨਾਲ ਕੀ ਵਾਰਤਾ ਬੀਤੀ ਹੈ? ਲਹਿਣਾ ਜੀ ਨੇ ਹੱਥ ਜੋੜ ਕੇ ਕਿਹਾ, ਮਹਾਰਾਜ ਠੰਡ ਨਾਲ ਮੈਂ ਬੇਸੁਰਤ ਹੋ ਗਿਆ ਸਾਂ। ਆਪ ਜੀ ਦੀ ਚਰਨ ਛੂਹ ਨਾਲ ਸਰਦੀ ਦੂਰ ਹੋ ਗਈ ਹੈ ਤੇ ਹੁਣ ਮੈਂ ਹੋਸ਼ ਵਿੱਚ ਹਾਂ। ਗੁਰੂ ਜੀ ਨੇ ਕਿਹਾ, ਪੁਰਖਾ ਅਸੀਂ ਜੋ ਤਪ ਕਰਦੇ ਹਾਂ ਅਤੇ ਸਖਤ ਘਾਲਣਾ ਘਾਲਦੇ ਹਾਂ, ਇਹ ਸਭ ਆਪਣੇ ਸ਼ਰਧਾਵਾਨ ਸਿੱਖ ਵਾਸਤੇ ਕਰਦੇ ਹਾਂ। ਫਿਰ ਗੁਰੂ ਜੀ ਨੇ ਨਗਰ ਦੇ ਨੇੜੇ ਬਾਹਰ ਇੱਕ ਚੰਗਾ ਸਥਾਨ ਵੇਖ ਕੇ ਆਪਣੇ ਵਾਸਤੇ ਇੱਕ ਛੋਟੀ ਜਿਹੀ ਕੁਟੀਆ ਬਣਵਾਈ, ਜਿਸ ਵਿੱਚ ਹਰ ਕੋਈ ਦੂਸਰਾ ਆਦਮੀ ਨਹੀਂ ਬੈਠ ਸਕਦਾ ਸੀ ਅਤੇ ਹੇਠਾਂ ਰੋੜ ਵਿਛਾ ਲਏ। ਅੰਮ੍ਰਿਤ ਵੇਲੇ ਇਸ਼ਨਾਨ ਕਰਨ ਵਾਸਤੇ ਹੀ ਉਸ ਕੁਟੀਆ ਵਿੱਚੋਂ ਉੱਠ ਕੇ ਬਾਹਰ ਜਾਂਦੇ ਸਨ, ਨਹੀਂ ਤਾਂ ਅੱਠੇ ਪਹਿਰ ਉਸ ਵਿੱਚ ਹੀ ਬੈਠੇ ਜਾਂ ਲੰਮੇ ਪਏ ਰਹਿੰਦੇ ਸਨ। ਦਰਸ਼ਨ ਕਰਨ ਵਾਲੀਆਂ ਸੰਗਤਾਂ ਦੀ ਕੁਟੀਆ ਤੋਂ ਬਾਹਰ ਭੀੜ ਲੱਗੀ ਰਹਿੰਦੀ ਸੀ। ਲਾਂਗਰੀ ਜਦ ਭੋਜਨ ਤਿਆਰ ਕਰਕੇ ਸੱਦਣ ਆਉਂਦਾ ਤਾਂ ਉਸ ਨਾਲ ਡੇਰੇ ਜਾ ਕੇ ਪ੍ਰਸ਼ਾਦ ਛਕ ਕੇ ਫਿਰ ਕੁਟੀਆ ਵਿੱਚ ਆ ਜਾਂਦੇ। ਇਸ ਤਰ੍ਹਾਂ ਕੁਝ ਸਮਾਂ ਬੀਤ ਗਿਆ ਤਾਂ ਆਪ ਜੀ ਨੇ ਭੋਜਨ ਛਕਣਾ ਵੀ ਤਿਆਗ ਦਿੱਤਾ। ਕੇਵਲ ਅੱਕ ਦਾ ਫੁੱਲ ਹੀ ਮੰਗਵਾ ਕੇ ਛਕਦੇ ਸਨ। ਕਦੀ ਆਪ ਜੀ ਲੱਕ ਕੁਪੀਨ ਤੇ ਸਿਰ ਤੇ ਪਰਨਾ ਲੈ ਕੇ ਹੀ ਕੁਟੀਆ ਤੋਂ ਬਾਹਰ 2 ਕੋਹਾਂ ਦੇ ਚੱਕਰ ਵਿੱਚ ਸਾਰਾ ਦਿਨ ਤੁਰੇ ਫਿਰਦੇ ਅਤੇ ਬਾਣੀ ਉਚਾਰਦੇ ਰਹਿੰਦੇ। ਜਦ ਰਾਤ ਪੈਂਦੀ ਤਾਂ ਕੁਟੀਆ ਵਿੱਚ ਆ ਬਿਰਾਜਦੇ ਅਤੇ ਰੋੜਾਂ ਦੀ ਸੇਜਾ ਉੱਤੇ ਲੰਮੇ ਪਏ ਰਹਿੰਦੇ। ਕੁਝ ਚਿਰ ਉਪਰੰਤ ਗੁਰੂ ਜੀ ਨੇ ਅੱਕ ਦਾ ਫੁੱਲ ਖਾਣਾ ਵੀ ਬੰਦ ਕਰ ਦਿੱਤਾ ਅਤੇ ਇੱਕ ਮਾਸਾ ਰੇਤ ਦਾ ਛਕਣਾ ਆਰੰਭ ਕਰ ਦਿੱਤਾ ਅਤੇ ਮੁਖ ਤੋਂ ਨਾਉ ਸੁਹਾਵਾ
ਵਕਤ ਸੁਹਾਵਾ ਉਚਾਰਨ ਕਰਦੇ। ਜਿਹੜੇ ਪੁਰਸ਼ ਆਪ ਜੀ ਦੇ ਦਰਸ਼ਨ ਕਰਨ, ਆਪ ਜੀ ਦੇ ਚਰਨਾਂ ਤੇ ਮੱਥਾ ਟੇਕਦੇ, ਉਹਨਾਂ ਨੂੰ ਆਪ ਜੀ ਕਹਿੰਦੇ, ਪੁਰਖਾ ਬਸ ਕਰ, ਤੇਰਾ ਭਲਾ ਹੋਵੇ, ਸਤਨਾਮ ਦਾ ਸਿਮਰਨ ਕਰ, ਸਾਰੇ ਦੁੱਖ ਨਾਸ ਹੋ ਜਾਣਗੇ। ਗੁਰੂ ਜੀ ਨੇ ਕੁਝ ਦਿਨ ਇਸ ਤਰ੍ਹਾਂ ਹੀ ਬਤੀਤ ਕੀਤੇ। ਆਪ ਜੀ ਦੇ ਦਰਸ਼ਨ ਕਰਕੇ ਅਤੇ ਉਪਦੇਸ਼ ਸੁਣ ਕੇ ਅਨੇਕਾਂ ਦਾ ਉਧਾਰ ਹੋਇਆ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ।